Attention Outlook. ਸ਼ਲੋਕ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਉਹ ਪਾਰ ਬ੍ਰਹਮ ਪ੍ਰਮਾਤਮਾ ਜੀਵਾਂ ਦੀ ਪਹੁੰਚ ਤੋਂ ਬਹੁਤ ਹੀ ਪਰੇ ਹੈ, ਅਥਾਹ ਹੈ। ਜੋ ਜੋ ਮਨੁੱਖ ਇਹ ਗੱਲ ਕਹਿੰਦਾ ਹੈ ਤੇ ਜੋ ਜੋ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਪ੍ਰਮਾਤਮਾ ਦਾ ਧਿਆਨ ਧਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਮੁਕਤੀ ਕਿਸ ਚੀਜ਼ ਤੋਂ ਮਿਲਦੀ ਹੈ? ਵਿਕਾਰਾਂ ਤੋਂ, ਮੋਹ ਤੋਂ, ਮਾਇਆ ਦੇ ਜਾਲ ਤੋਂ। ਇਹਨਾਂ ਸਭ ਚੀਜ਼ਾਂ ਤੋਂ ਮੁਕਤੀ ਮਿਲ ਜਾਂਦੀ ਹੈ ਜਦੋਂ ਮਨੁੱਖ ਉਸ ਪ੍ਰਮਾਤਮਾ ਦੀ ਬੇਅੰਤਤਾ ਨੂੰ ਮੰਨਣ ਲੱਗ ਜਾਏ। ਸੁਣ ਮੀਤਾ ਨਾਨਕ ਬਿਨਵੰਤਾ। ਸੁਣ ਮੇਰੇ ਮਿੱਤਰ, ਨਾਨਕ ਬੇਨਤੀ ਕਰਦਾ ਹੈ, ਸਾਧ ਜਨਾਂ ਕੀ ਅਚਰਜ ਕਥਾ। ਜੋ ਸਾਧ ਜਨ ਹਨ, ਜੋ ਗੁਰਮੁਖ ਹਨ, ਉਹਨਾਂ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ। ਉਹਨਾਂ ਦੇ ਗੁਣਾਂ ਦੀ ਜੇਕਰ ਅਸੀਂ ਕਥਾ ਕਰੀਏ ਤਾਂ ਉਹ ਕਥਾ ਹੈਰਾਨ ਕਰਨ ਵਾਲੀ ਅਚਰਜ ਕਥਾ ਹੋ ਜਾਂਦੀ ਹੈ। ਤੇ ਅੱਗੇ ਜੋ ਅਸ਼ਟਪਦੀ ਆਉਣੀ ਹੈ, ਉਸ ਅਸ਼ਟਪਦੀ ਦੇ ਵਿੱਚ ਗੁਰੂ ਜੀ ਨੇ ਸਾਧੂ ਦੇ ਸੰਗ ਦੀ, ਭਾਵ ਸਾਧ ਸੰਗਤ ਦੀ ਵਡਿਆਈ ਦੱਸੀ ਹੈ ਕਿ ਕੀ ਹੁੰਦਾ ਹੈ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਜੁੜਦੇ ਹਾਂ। ਅਸ਼ਟਪਦੀ। ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਜੁੜਦੇ ਹਾਂ, ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜਦੇ ਹਾਂ, ਤਾਂ ਸਾਡੇ ਮਨ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ। ਪਿਛਲੇ ਅੰਗ ਦੀ ਬਾਣੀ ਦੀ ਜਦੋਂ ਅਸੀਂ ਵਿਆਖਿਆ ਕਰਦੇ ਪਏ ਸਾਂ ਤਾਂ ਆਪਾਂ ਇੱਕ ਸਿੱਖਿਆ ਸਿੱਖੀ ਸੀ। ਇੱਕ ਗੱਲ ਦਾ ਜ਼ਿਕਰ ਆਇਆ ਸੀ ਕਿ ਸਾਡੇ ਮਨ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਚੰਗਾ ਮੰਦਾ ਹਰ ਪ੍ਰਕਾਰ ਦਾ, ਪਰ ਉਹਦੇ ਤੇ ਇੱਕ ਪਰਦਾ ਬਣਿਆ ਹੋਇਆ ਹੈ ਕਿ ਦੂਸਰਾ ਮਨੁੱਖ ਸਾਡੇ ਮਨ ਦੇ ਅੰਦਰ ਝਾਕ ਨਹੀਂ ਸਕਦਾ। ਪਰ ਜਦੋਂ ਤੱਕ ਸਾਡੇ ਮਨ ਦੇ ਅੰਦਰ ਵਿਕਾਰ ਬਣੇ ਹੋਏ ਨੇ, ਸਾਡੇ ਮੁਖ ਤੇ ਵੀ ਰੌਣਕ ਨਹੀਂ ਆਉਂਦੀ। ਉਹ ਵਿਕਾਰਾਂ ਦੀ ਮੈਲ ਜੋ ਮਨ ਤੇ ਲੱਗੀ ਹੋਈ ਹੈ, ਉਹਦਾ ਅਸਰ ਸਾਡੇ ਮੁਖ ਤੇ ਵੀ ਪੈਂਦਾ ਹੈ। ਜਦੋਂ ਮਨ ਦੇ ਅੰਦਰ ਸ਼ਾਂਤੀ ਨਹੀਂ, ਮਨ ਦੇ ਅੰਦਰ ਉਪਲਾ ਚੁਪਲੀ ਲੱਗੀ ਹੋਈ ਹੈ, ਤਾਂ ਮੁਖ ਤੇ ਵੀ ਉਹੀ ਝਲਕ ਪਏਗੀ। ਤੇ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜਦੇ ਹਾਂ, ਮਨ ਦੇ ਉੱਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ। ਇਸ ਕਰਕੇ ਸਾਡਾ ਮੁਖ ਵੀ ਉਜਵਲ ਹੋ ਜਾਂਦਾ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਗੁਰਮੁਖਾਂ ਦੀ ਸੰਗਤ ਦੇ ਵਿੱਚ ਰਿਹਾ ਸਾਡੇ ਅੰਦਰੋਂ ਅਭਿਮਾਨ ਜਾਣੀ ਕਿ ਹੰਕਾਰ ਦੂਰ ਹੋ ਜਾਂਦਾ ਹੈ। ਸਾਡੇ ਮਨਾਂ ਦੇ ਵਿੱਚ ਸ੍ਰੇਸ਼ਟ ਗਿਆਨ ਪ੍ਰਗਟ ਹੋ ਜਾਂਦਾ ਹੈ, ਸਾਨੂੰ ਮੱਤ ਆ ਜਾਂਦੀ ਹੈ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਵੇਰਾ। ਉਹ ਪ੍ਰਮਾਤਮਾ ਸਾਨੂੰ ਅੰਗ ਸੰਗ ਜਾਪਦਾ ਹੈ। ਇਹ ਗੱਲ ਅਸੀਂ ਬੁੱਝ ਲੈਂਦੇ ਹਾਂ ਕਿ ਉਹ ਪ੍ਰਮਾਤਮਾ ਅੰਗ ਸੰਗ ਹੀ ਵਸਦਾ ਹੈ। ਮਨ ਦੇ ਸਾਰੇ ਹੀ ਝਗੜਿਆਂ ਦਾ ਨਿਬੇੜਾ ਹੋ ਜਾਂਦਾ ਹੈ। ਜਦੋਂ ਸਾਡੀ ਪ੍ਰੀਤ ਉਸ ਇੱਕ ਪ੍ਰਮਾਤਮਾ ਦੇ ਨਾਲ ਜੁੜ ਜਾਏ ਤਾਂ ਹੋਰ ਕਿਸੇ ਵੀ ਚੀਜ਼ਾਂ ਦੀ ਲਾਲਸਾ ਨਹੀਂ ਰਹਿ ਜਾਂਦੀ। ਮਨ ਦੇ ਜ਼ਿਆਦਾਤਰ ਝਗੜੇ ਜਿਹਨੇ ਨੇ ਉਹ ਇਹਨਾਂ ਲਾਲਸਾਵਾਂ ਚੋਂ ਹੀ ਪੈਦਾ ਹੁੰਦੇ ਨੇ। ਜਦੋਂ ਲਾਲਸਾਵਾਂ ਹੀ ਖਤਮ ਹੋ ਗਈਆਂ, ਮਨ ਦੇ ਝਗੜੇ ਵੀ ਖਤਮ ਹੋ ਜਾਂਦੇ ਨੇ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉੱਪਰ ਜਤਨ। ਸਾਧ ਸੰਗਤ ਦੇ ਵਿੱਚ ਅਸੀਂ ਨਾਮ ਰੂਪ ਰਤਨ ਲੱਭ ਲੈਂਦੇ ਹਾਂ ਤੇ ਸਾਡਾ ਜੋ ਯਤਨ ਹੈ ਉਹ ਸਿਰਫ ਇੱਕ ਪਾਸੇ ਹੋ ਜਾਂਦਾ ਹੈ, ਉਸ ਇੱਕ ਪਰਮਾਤਮਾ ਨੂੰ ਮਿਲਣ ਵਾਲੇ ਪਾਸੇ। ਅਸੀਂ ਜੋ ਵੀ ਯਤਨ ਕਰਦੇ ਹਾਂ ਉਹਦੇ ਪਿੱਛੇ ਮਕਸਦ ਹੁੰਦਾ ਹੈ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਆਪਣੀ ਸਾਂਝ ਨੂੰ ਗੂੜੀ ਕਰ ਸਕੀਏ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹੇ ਸਮਾਨੀ। ਗੁਰੂ ਜੀ ਕਹਿੰਦੇ ਕਿ ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ। ਬਹੁਤ ਔਖਾ ਕਾਰਜ ਹੈ। ਉਹਨਾਂ ਦੀ ਵਡਿਆਈ ਦੀ ਕਥਾ
ਇੰਨੀ ਅਚਰਜ ਹੈ ਕਿ ਮਨੁੱਖ ਸਿਰਫ ਕੋਸ਼ਿਸ਼ ਕਰ ਸਕਦਾ ਹੈ, ਸਹੀ ਰੂਪ ਦੇ ਵਿੱਚ ਉਸ ਦਾ ਵਿਖਿਆਨ ਨਹੀਂ ਕਰ ਸਕਦਾ। ਹੇ ਨਾਨਕ, ਸਾਧ ਜਨਾਂ ਦੀ ਸ਼ੋਭਾ ਉਸ ਪ੍ਰਮਾਤਮਾ ਦੀ ਸ਼ੋਭਾ ਦੇ ਬਰਾਬਰ ਹੋ ਜਾਂਦੀ ਹੈ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਅਗੋਚਰ ਤੋਂ ਭਾਵ ਉਹ ਪ੍ਰਮਾਤਮਾ ਜਿਸ ਦੇ ਤੱਕ ਮਨੁੱਖ ਦੇ ਜਾਂ ਜੀਵਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਹ ਪ੍ਰਮਾਤਮਾ ਸਾਨੂੰ ਮਿਲ ਜਾਂਦਾ ਹੈ ਜਦੋਂ ਅਸੀਂ ਸਾਧ ਜਨਾਂ ਦੀ ਸੰਗਤ ਕਰਦੇ ਹਾਂ, ਤੇ ਨਾਲ ਦੀ ਨਾਲ ਸਾਡਾ ਮੱਥਾ ਵੀ ਖਿੜਿਆ ਰਹਿੰਦਾ ਹੈ, ਸਾਡਾ ਚਿਹਰਾ ਹਸਮੁਖ ਰਹਿੰਦਾ ਹੈ। ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਪੰਜੇ ਵਿਕਾਰ ਕਾਬੂ ਦੇ ਵਿੱਚ ਆ ਜਾਂਦੇ ਨੇ, ਵਸ ਦੇ ਵਿੱਚ ਆ ਜਾਂਦੇ ਨੇ, ਤੇ ਮਨੁੱਖ ਨਾਮ ਰੂਪ ਅੰਮ੍ਰਿਤ ਦਾ ਸੇਵਨ ਕਰ ਲੈਂਦਾ ਹੈ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਜਦੋਂ ਮਨੁੱਖ ਸਾਧ ਸੰਗਤ ਦੇ ਵਿੱਚ ਜੁੜ ਜਾਂਦਾ ਹੈ, ਉਹਦਾ ਹੰਕਾਰ ਦੂਰ ਹੋ ਜਾਂਦਾ ਹੈ। ਇਸ ਲਈ ਉਹ ਸਾਰੇ ਹੀ ਪ੍ਰਾਣੀਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਆਪਣੀ ਮੈਂ ਨੂੰ ਬਿਲਕੁਲ ਖਤਮ ਕਰ ਲੈਂਦਾ ਹੈ, ਤੇ ਉਹਦੇ ਬਚਨ ਮਿੱਠੇ ਤੇ ਮਨ ਨੂੰ ਮੋਹ ਲੈਣ ਵਾਲੇ ਹੋ ਜਾਂਦੇ ਨੇ। ਮਨੋਹਰ ਬੈਨ ਤੋਂ ਭਾਵ ਮਨ ਨੂੰ ਖਿੱਚ ਲੈਣ ਵਾਲੇ ਬੋਲ। ਸਾਧ ਕੈ ਸੰਗ ਨਾ ਕਤਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸੰਤ ਜਨਾਂ ਦੀ ਸੰਗਤ ਦੇ ਵਿੱਚ ਰਿਹਾ ਮਨ ਕਿਸੇ ਪਾਸੇ ਵੀ ਦੌੜਦਾ ਨਹੀਂ, ਬਲਕਿ ਸਦਾ ਹੀ ਟਿਕਾਊ ਵਾਲੀ ਹਾਲਤ ਦੇ ਵਿੱਚ ਬਣਿਆ ਰਹਿੰਦਾ ਹੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਗੁਰਮੁਖਾਂ ਦੀ ਸੰਗਤ ਦੇ ਵਿੱਚ ਰਿਹਾ ਮਨੁੱਖ ਮਾਇਆ ਦੇ ਅਸਰ ਤੋਂ ਬੇਦਾਗ ਹੋ ਜਾਂਦਾ ਹੈ, ਤੇ ਇਸ ਕਰਕੇ ਉਹ ਅਕਾਲ ਪੁਰਖ ਪਰਮਾਤਮਾ ਵੀ ਉਸ ਮਨੁੱਖ ਦੇ ਉੱਪਰ ਪ੍ਰਸੰਨ ਹੋ ਜਾਂਦਾ ਹੈ, ਦਇਆਵਾਨ ਹੋ ਜਾਂਦਾ ਹੈ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾ ਪੁਨੀਤ। ਸਾਧ ਜਨਾਂ ਦੀ ਸੰਗਤ ਬੜੀ ਹੀ ਪਵਿੱਤਰ ਹੈ, ਤੇ ਜਦੋਂ ਮਨੁੱਖ ਸਾਧ ਜਨਾਂ ਦੀ ਸੰਗਤ ਦੇ ਵਿੱਚ ਜੁੜਦਾ ਹੈ, ਉਹਦਾ ਹਿਰਦਾ ਵੀ ਪਵਿੱਤਰ ਹੋ ਜਾਂਦਾ ਹੈ, ਉਹਨੂੰ ਦੁਸ਼ਮਣ ਵੀ ਮਿੱਤਰ ਦਿਸਣ ਲੱਗਦੇ ਹਨ। ਉਹ ਮਨ ਦੇ ਵਿੱਚ ਕਿਸੇ ਪ੍ਰਤੀ ਈਰਖਾ, ਵੈਰ, ਦੁਸ਼ਮਣੀਆਂ ਪਾਲ ਕੇ ਨਹੀਂ ਰੱਖਦਾ। ਸਾਧ ਸੰਗ ਕਿਸ ਸਿਓ ਨਹੀਂ ਵੈਰ, ਕਿਸੇ ਦੇ ਨਾਲ ਵੀ ਉਹਦਾ ਕੋਈ ਵੈਰ ਨਹੀਂ ਰਹਿ ਜਾਂਦਾ। ਸਾਧ ਕੈ ਸੰਗ ਨਾ ਬੀਗਾ ਪੈਰ। ਬੀਗਾ ਤੋਂ ਭਾਵ ਵਿੰਗਾ। ਜੇਕਰ ਅਸੀਂ ਇੱਕ ਖਾਸ ਦਿਸ਼ਾ ਦੇ ਵਿੱਚ ਚੱਲਣਾ ਹੋਵੇ ਤੇ ਪੈਰ ਵਿੰਗਾ ਹੋਵੇ, ਤਾਂ ਸਾਡਾ ਝੁਕਾਅ ਉਸ ਪਾਸੇ ਵੱਲ ਨੂੰ ਸੁਭਾਵਿਕ ਹੀ ਹੋ ਜਾਂਦਾ ਹੈ, ਜਿਹੜੇ ਪਾਸੇ ਵੱਲ ਨੂੰ ਪੈਰ ਦੀ ਦਿਸ਼ਾ ਹੋਵੇ। ਤੇ ਬੀਗਾ ਪੈਰ ਤੋਂ ਇੱਥੇ ਗੁਰੂ ਜੀ ਇਹੀ ਸਮਝਾਉਣਾ ਕਰਦੇ ਨੇ ਕਿ ਜਦੋਂ ਮਨੁੱਖ ਸਾਧ ਸੰਗਤ ਦੇ ਵਿੱਚ ਜੁੜਦਾ ਹੈ, ਉਹਦਾ ਪੈਰ ਵਿੰਗਾ ਨਹੀਂ ਰਹਿ ਜਾਂਦਾ, ਭਾਵ ਕਿ ਉਹ ਕਿਸੇ ਮੰਦੇ ਪਾਸੇ ਨਹੀਂ ਜਾਂਦਾ, ਉਹ ਸਿੱਧੇ ਰਸਤੇ ਤੇ ਹੀ ਚੱਲਦਾ ਹੈ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਜਦੋਂ ਮਨੁੱਖ ਸਾਧ ਸੰਗਤ ਦੇ ਵਿੱਚ ਜੁੜਦਾ ਹੈ, ਉਹਦੇ ਮਨ ਤੋਂ ਵੈਰ ਖਤਮ ਹੋ ਗਏ, ਉਹਨੂੰ ਸਾਰੇ ਦੁਸ਼ਮਣ ਮਿੱਤਰ ਲੱਗਣ ਲੱਗ ਪਏ, ਤਾਂ ਫਿਰ ਕੋਈ ਵੀ ਉਹਨੂੰ ਮੰਦਾ ਨਹੀਂ ਲੱਗਦਾ, ਕੋਈ ਵੀ ਉਹਨੂੰ ਭੈੜਾ ਨਹੀਂ ਦਿਸਦਾ। ਸਾਰੀ ਹੀ ਲੋਕਾਈ, ਸਾਰੇ ਹੀ ਜੀਵ ਉਹਨੂੰ ਇੱਕ ਸਮਾਨ ਦਿਸਦੇ ਨੇ। ਉਹ ਜੀਵਾਂ ਨੂੰ ਚੰਗੇ ਜਾਂ ਮੰਦਿਆਂ ਦੇ ਵਿੱਚ ਵੰਡ ਕੇ ਉਹਨਾਂ ਦੇ ਨਾਲ ਕੋਈ ਵਿਤਕਰਾ ਨਹੀਂ ਕਰਦਾ। ਉਹਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਉਸ ਪ੍ਰਮਾਤਮਾ ਨੇ ਕਿਸੇ ਵੀ ਜੀਵ ਨੂੰ ਜਿਹੋ ਜਿਹਾ ਬਣਾ ਦਿੱਤਾ, ਉਹ ਜੀਵ ਉਹ ਜਿਹਾ ਹੀ ਬਣ ਗਿਆ। ਹੋ ਸਕਦਾ ਹੈ ਉਹਦੇ ਵਿੱਚ ਕੋਈ ਭੈੜ ਹੋਣ, ਹੋ ਸਕਦਾ ਹੈ ਕਿ ਉਹਦੇ ਵਿੱਚ ਕੋਈ ਬੁਰਾਈਆਂ ਹੋਣ। ਉਹਨਾਂ ਬੁਰਾਈਆਂ ਦਾ ਗੁਰਮੁਖ ਮਨੁੱਖ ਨੂੰ ਗਿਆਨ ਵੀ ਹੋ ਸਕਦਾ ਹੈ। ਉਸ ਗਿਆਨ ਦਾ ਇਸਤੇਮਾਲ ਉਹ
ਇੱਥੋਂ ਕੁ ਤੱਕ ਤੇ ਕਰੇਗਾ ਕਿ ਉਹਨਾਂ ਬੁਰਾਈਆਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਵੇਗਾ। ਉਸ ਮਨੁੱਖ ਦੀਆਂ ਬੁਰਾਈਆਂ ਨੂੰ ਗ੍ਰਹਿਣ ਨਹੀਂ ਕਰੇਗਾ, ਪਰ ਉਸ ਮਨੁੱਖ ਦੇ ਵਿੱਚ ਕੋਈ ਬੁਰਾਈਆਂ ਹਨ, ਇਸ ਗੱਲ ਨੂੰ ਲੈ ਕੇ ਉਸ ਮਨੁੱਖ ਦੇ ਨਾਲ ਕੋਈ ਵਿਤਕਰਾ ਜਾਂ ਭੇਦਭਾਵ ਨਹੀਂ ਕਰੇਗਾ। ਉਹਦੇ ਪ੍ਰਤੀ ਕੋਈ ਈਰਖਾ ਨਹੀਂ ਪਾਲੇਗਾ ਆਪਣੇ ਮਨ ਦੇ ਵਿੱਚ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਭ ਹੀ ਭਲੇ ਹੀ ਦਿਸਣਗੇ, ਕੋਈ ਮੰਦਾ ਨਹੀਂ ਦਿਖੇਗਾ। ਗੁਰਮੁਖ ਮਨੁੱਖ ਸਭਨਾਂ ਦੇ ਨਾਲ ਪਿਆਰ ਸਹਿਤ ਹੀ ਪੇਸ਼ ਆਏਗਾ। ਸਾਧ ਸੰਗ ਜਾਣੇ ਪਰਮਾਨੰਦਾ, ਉਹ ਮਨੁੱਖ ਹਰ ਥਾਂ ਪਰਮ ਸੁਖ ਪਰਮ ਆਨੰਦ ਦੇ ਮਾਲਕ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣੇਗਾ। ਸਾਧ ਕੈ ਸੰਗ ਨਾਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਗੁਰਮੁਖਾਂ ਦੀ ਸੰਗਤ ਕੀਤਿਆਂ ਹਉਮੈ ਰੂਪ ਵਿਕਾਰਾਂ ਰੂਪ ਤਾਪ ਨਹੀਂ ਰਹਿ ਜਾਂਦਾ। ਮਨੁੱਖ ਸਾਰੀ ਹੀ ਅਪਣੱਤ ਛੱਡ ਦਿੰਦਾ ਹੈ। ਤਜੈ ਸਭ ਆਪ, ਸਾਰੀ ਅਪਣੱਤ ਛੱਡ ਦਿੱਤੀ, ਮੇਰਾ ਮੇਰਾ ਕਰਨਾ ਛੱਡ ਦਿੱਤਾ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਦੀ ਵਡਿਆਈ ਅਸਲ ਦੇ ਵਿੱਚ ਉਹ ਪਰਮਾਤਮਾ ਆਪ ਹੀ ਜਾਣਦਾ ਹੈ। ਹੇ ਨਾਨਕ, ਸਾਧੂ ਅਤੇ ਪਰਮਾਤਮਾ ਦੀ ਮੁੱਢਾਂ ਤੋਂ ਹੀ ਬਣੀ ਆਈ ਹੈ, ਭਾਵ ਕਿ ਦੋਹਾਂ ਦੇ ਵਿੱਚ ਮੁੱਢ ਕਦੀਮ ਤੋਂ ਹੀ ਬੜਾ ਪ੍ਰੇਮ ਹੈ। ਸਾਧ ਕੈ ਸੰਗ ਨਾ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਪਹਿਲੇ ਅਸੀਂ ਪੜ੍ਹਿਆ ਸੀ ਕਿ ਸਾਧ ਕੈ ਸੰਗ ਨਾ ਕਤਹੂ ਧਾਵੈ, ਤੇ ਉਹਦਾ ਅਰਥ ਸੀ ਕਿ ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤ ਕਰਦਾ ਹੈ ਤਾਂ ਉਹਦਾ ਮਨ ਕਿਸੇ ਹੋਰ ਪਾਸੇ ਵੱਲ ਨਹੀਂ ਦੌੜਦਾ। ਤੇ ਹੁਣ ਕੀ ਹੈ? ਸਾਧ ਕੈ ਸੰਗ ਨਾ ਕਬਹੂ ਧਾਵੈ, ਭਾਵ ਕਿ ਕਦੇ ਵੀ ਨਹੀਂ ਭਟਕਦਾ। ਸੋ ਜਦੋਂ ਅਸੀਂ ਸਾਧ ਜਨਾਂ ਦੀ ਸੰਗਤ ਕਰਦੇ ਹਾਂ ਤਾਂ ਸਾਡਾ ਮਨ ਸਥਿਰ ਹੋ ਜਾਂਦਾ ਹੈ, ਕਿਸੇ ਵੀ ਵਕਤ ਤੇ ਕਿਸੇ ਵੀ ਹੋਰ ਪਾਸੇ ਨੂੰ ਨਹੀਂ ਦੌੜਦਾ, ਤੇ ਅਸੀਂ ਸਦਾ ਹੀ ਸੁੱਖ ਮਾਣਦੇ ਹਾਂ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ। ਸਾਧ ਜਨਾਂ ਦੀ ਸੰਗਤ ਦੇ ਵਿੱਚੋਂ ਪ੍ਰਭੂ ਨਾਮ ਮਿਲ ਜਾਂਦਾ ਹੈ, ਤੇ ਉਹ ਪ੍ਰਭੂ ਨਾਮ ਬਸਤ ਅਗੋਚਰ ਹੈ। ਉਹ ਵਸਤੂ ਹੈ ਜਿਸ ਤੱਕ ਕਿ ਸਾਡੇ ਸਰੀਰਕ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਸਿਰਫ ਸਾਡੀ ਸੋਚ ਦੀ ਪਹੁੰਚ ਹੋ ਸਕਦੀ ਹੈ, ਸਾਡੇ ਮਨ ਦੀ ਪਹੁੰਚ ਹੋ ਸਕਦੀ ਹੈ। ਤੇ ਜਦੋਂ ਮਨੁੱਖ ਸਾਧ ਜਨਾਂ ਦੀ ਸੰਗਤ ਦੇ ਵਿੱਚ ਹੁੰਦਾ ਹੈ, ਸਾਧ ਜਨਾਂ ਦੀ ਸੰਗਤ ਦੇ ਵਿੱਚ ਜੁੜਨ ਲੱਗਦਾ ਹੈ, ਉਸ ਸੰਗਤ ਦਾ ਅਸਰ ਉਹਦੇ ਤੇ ਹੋ ਜਾਂਦਾ ਹੈ, ਤਾਂ ਉਹਦੇ ਅੰਦਰ ਇੰਨੀ ਤਾਕਤ ਆ ਜਾਂਦੀ ਹੈ ਕਿ ਉਹ ਅਜਰ ਨੂੰ ਵੀ ਸਹਿ ਸਕੇ। ਅਜਰ ਤੋਂ ਭਾਵ ਜੋ ਜਰਿਆ ਨਾ ਜਾ ਸਕੇ। ਸਾਡੇ ਜੀਵਨ ਦੇ ਵਿੱਚ ਅਨੇਕਾਂ ਘਟਨਾਵਾਂ ਹੁੰਦੀਆਂ ਨੇ, ਛੋਟੀਆਂ ਤੇ ਵੱਡੀਆਂ, ਚੰਗੀਆਂ ਤੇ ਮਾੜੀਆਂ, ਖੁਸ਼ੀ ਦੇਣ ਵਾਲੀਆਂ ਤੇ ਦੁੱਖ ਦੇਣ ਵਾਲੀਆਂ। ਉਹਨਾਂ 'ਚੋਂ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਅਜਰ ਕਹਿ ਸਕਦੇ ਹਾਂ ਕਿ ਉਹ ਜਰੀਆਂ ਨਹੀਂ ਜਾ ਸਕਦੀਆਂ, ਜਰਨੀਆਂ ਬਹੁਤ ਔਖੀਆਂ ਨੇ। ਇਤਿਹਾਸ ਦੇ ਵਿੱਚ ਸੱਚ ਦੇ ਨਾਲ ਖੜਨ ਵਾਲੇ ਮਨੁੱਖਾਂ ਨੇ ਜੋ ਜੋ ਤਸੀਹੇ ਝੱਲੇ ਨੇ, ਉਹਨਾਂ ਦੇ ਸਾਹਮਣੇ ਸਾਡੀ ਆਮ ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਕੁਝ ਵੀ ਨਹੀਂ। ਉਹਨਾਂ ਅਜਰ ਸਥਿਤੀਆਂ ਨੂੰ, ਅਜਰ ਹਾਲਾਤਾਂ ਨੂੰ ਸਹਿਣ ਦੀ ਤਾਕਤ ਮਨੁੱਖਾਂ ਦੇ ਵਿੱਚ ਸਾਧ ਸੰਗਤ ਤੋਂ ਉਪਜੀ ਹੈ। ਖਾਸ ਕਰਕੇ ਜੇ ਅਸੀਂ ਸਿੱਖ ਧਰਮ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਗੁਰਮੁਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਮਨੁੱਖ ਉੱਚਾ ਆਤਮਿਕ ਟਿਕਾਣਾ ਹਾਸਲ ਕਰ ਲੈਂਦਾ ਹੈ, ਉੱਚੇ ਆਤਮਿਕ ਟਿਕਾਣੇ ਤੇ ਵਸਦਾ ਹੈ, ਤੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ, ਉਹਦੇ ਮਹਿਲਾਂ ਦੇ ਵਿੱਚ ਨਿਵਾਸ ਹਾਸਲ ਕਰ ਲੈਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਮਨੁੱਖ ਨੂੰ ਆਪਣੇ ਸਾਰੇ ਧਰਮਾਂ ਯਾਨੀ ਕਿ ਆਪਣੇ ਸਾਰੇ ਫਰਜ਼ਾਂ ਦੀ ਚੰਗੀ ਤਰ੍ਹਾਂ ਸਮਝ ਪੈ ਜਾਂਦੀ ਹੈ,
ਤੇ ਉਹਨਾਂ ਫਰਜ਼ਾਂ ਨੂੰ ਉਹ ਸ਼ਿੱਦਤ ਦੇ ਨਾਲ ਨਿਭਾਉਂਦਾ ਹੈ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਉਹਦੀ ਲਿਵ ਉਸ ਇੱਕ ਪਰਮਾਤਮਾ ਦੇ ਨਾਲ ਜੋ ਕਿ ਇੱਕ ਮਾਤਰ ਹੈ ਉਹਦੇ ਨਾਲ ਜੁੜ ਜਾਂਦੀ ਹੈ ਤੇ ਉਹ ਹਰ ਥਾਂ ਉਸ ਅਕਾਲ ਪੁਰਖ ਨੂੰ ਹੀ ਵੇਖਦਾ ਹੈ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਜਨਾਂ ਦੀ ਸੰਗਤ ਦੇ ਵਿੱਚ ਮਨੁੱਖ ਨਾਮ ਰੂਪ ਖਜ਼ਾਨਾ ਲੱਭ ਲੈਂਦਾ ਹੈ। ਇਸੇ ਲਈ ਹੀ ਹੇ ਨਾਨਕ ਆਖ ਕਿ ਮੈਂ ਸਾਧ ਜਨਾਂ ਤੋਂ ਕੁਰਬਾਨ ਜਾਂਦਾ ਹਾਂ। ਸਾਧ ਕੈ ਸੰਗ ਸਭ ਕੁੱਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜਦਾ ਹੈ ਤਾਂ ਉਹ ਖੁਦ ਨੂੰ ਤੇ ਵਿਕਾਰਾਂ ਤੋਂ ਬਚਾਉਂਦਾ ਹੀ ਹੈ, ਬਲਕਿ ਆਪਣੀਆਂ ਕੁਲਾਂ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦਾ ਹੈ। ਆਪਣੇ ਪਰਿਵਾਰ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਸੱਜਣਾਂ ਨੂੰ ਤਾਰ ਲੈਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ। ਸਾਧ ਜਨਾਂ ਦੀ ਸੰਗਤ ਦੇ ਵਿੱਚੋਂ ਮਨੁੱਖ ਉਹ ਧਨ ਪ੍ਰਾਪਤ ਕਰਦਾ ਹੈ, ਉਹ ਧਨ ਲੱਭ ਲੈਂਦਾ ਹੈ ਜਿਸ ਦੇ ਮਿਲਣ ਨਾਲ ਕਿ ਹਰੇਕ ਮਨੁੱਖ ਹੀ ਨਾਮਣੇ ਵਾਲਾ ਹੋ ਜਾਂਦਾ ਹੈ, ਜਾਣਿਆ ਪਛਾਣਿਆ ਚਾਨਣ ਲੱਗਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸ਼ੋਭਾ ਸੁਰਦੇਵਾ। ਗੁਰਮੁਖਾਂ ਦੀ ਸੰਗਤ ਦੇ ਵਿੱਚ ਜਿਹੜੇ ਮਨੁੱਖ ਜੁੜਦੇ ਹਨ, ਧਰਮ ਰਾਜ ਵੀ ਉਹਨਾਂ ਦੀ ਸੇਵਾ ਕਰਦਾ ਹੈ ਤੇ ਦੇਵਤੇ ਵੀ ਉਹਨਾਂ ਦੀ ਸ਼ੋਭਾ ਕਰਦੇ ਹਨ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਪਲਾਇਨ ਤੋਂ ਭਾਵ ਨਾਸ ਹੋ ਜਾਣੇ। ਗੁਰਮੁਖਾਂ ਦੀ ਸੰਗਤ ਦੇ ਵਿੱਚ ਸਾਰੇ ਹੀ ਪਾਪ ਦੂਰ ਹੋ ਜਾਂਦੇ ਨੇ, ਕਿਉਂਕਿ ਉੱਥੇ ਅਮਰ ਕਰਨ ਵਾਲਾ ਪ੍ਰਮਾਤਮਾ ਦਾ ਗੁਣਗਾਨ ਹੁੰਦਾ ਹੈ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਗਮ ਤੋਂ ਭਾਵ ਪਹੁੰਚ। ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ। ਮਨੁੱਖ ਦੀ ਆਤਮਿਕ ਸਮਰੱਥਾ ਬਹੁਤ ਵੱਧ ਜਾਂਦੀ ਹੈ। ਉਹਨੂੰ ਜੀਵਨ ਦੇ ਵਿੱਚ ਕੁਝ ਵੀ ਕਠਿਨ ਨਹੀਂ ਜਾਪਦਾ। ਹੇ ਨਾਨਕ, ਸਾਧੂ ਦੀ ਸੰਗਤ ਵਿੱਚ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਮਨੁੱਖੇ ਜਨਮ ਦਾ ਫਲ ਅਸੀਂ ਪ੍ਰਾਪਤ ਕਰ ਲੈਂਦੇ ਹਾਂ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਦੋਂ ਤੁਸੀਂ ਸਾਧ ਜਨਾਂ ਦੀ ਸੰਗਤ ਦੇ ਵਿੱਚ ਜੁੜ ਜਾਓ ਤਾਂ ਹੋਰ ਕਿਸੇ ਪ੍ਰਕਾਰ ਦੇ ਤਪ ਆਦਿਕ ਕਰਨ ਦੀ ਲੋੜ ਨਹੀਂ ਪੈਂਦੀ, ਹੋਰ ਕਿਸੇ ਪ੍ਰਕਾਰ ਦੀ ਘਾਲਣ ਦੀ ਲੋੜ ਨਹੀਂ ਪੈਂਦੀ। ਸਾਧ ਜਨਾਂ ਦੇ ਦਰਸ਼ਨ ਕਰਕੇ ਹੀ ਸਾਡਾ ਹਿਰਦਾ ਖਿੜ ਜਾਂਦਾ ਹੈ। ਅਸੀਂ ਪ੍ਰਸੰਨ ਹੋ ਜਾਂਦੇ ਹਾਂ, ਖੁਸ਼ ਹੋ ਜਾਂਦੇ ਹਾਂ ਤੇ ਜੀਵਨ ਦੇ ਵਿੱਚ ਖੁਸ਼ੀ ਹੀ ਹੈ ਜੋ ਅਸੀਂ ਲੋਚਦੇ ਹਾਂ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਕਲੂਖਤ ਤੋਂ ਭਾਵ ਪਾਪ ਵਿਕਾਰ ਆਦਿਕ। ਗੁਰਮੁਖਾਂ ਦੀ ਸੰਗਤ ਦੇ ਵਿੱਚ ਮਨੁੱਖ ਆਪਣੇ ਪਾਪ ਨਾਸ਼ ਕਰ ਲੈਂਦਾ ਹੈ ਤੇ ਨਰਕ ਪਰੇ ਹਟ ਜਾਂਦਾ ਹੈ, ਭਾਵ ਕਿ ਨਰਕਾਂ ਤੋਂ ਵੀ ਮਨੁੱਖ ਬਚ ਜਾਂਦਾ ਹੈ। ਸਾਧ ਕੈ ਸੰਗ ਈਹਾ ਊਹਾ ਸਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ ਮਨੁੱਖ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਲੋਕ ਅਤੇ ਪ੍ਰਲੋਕ ਦੇ ਵਿੱਚ ਉਹ ਪ੍ਰਮਾਤਮਾ ਉਸ ਦੇ ਨਾਲ ਖੜਾ ਹੈ, ਉਹਦਾ ਸਾਥੀ ਹੈ। ਇਸੇ ਲਈ ਉਹਦਾ ਲੋਕ ਪ੍ਰਲੋਕ ਸੌਖਾ ਹੋ ਜਾਂਦਾ ਹੈ। ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ। ਗੁਰਮੁਖਾਂ ਦੀ ਸੰਗਤ ਕਦੇ ਬਿਰਥੀ ਨਹੀਂ ਜਾਂਦੀ। ਜੇਕਰ ਤੁਸੀਂ ਗੁਰਮੁਖਾਂ ਦੀ ਸੰਗਤ ਕਰਦੇ ਹੋ ਤਾਂ ਮਨ ਦੇ ਵਿੱਚ ਜੋ ਵੀ ਇੱਛਾ ਹੁੰਦੀ ਹੈ ਉਹੀ ਫਲ ਤੁਸੀਂ ਪ੍ਰਾਪਤ ਕਰ ਲੈਂਦੇ ਹੋ। ਦੂਜੇ ਸ਼ਬਦਾਂ ਦੇ ਵਿੱਚ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜੋ ਕੁਝ ਵੀ ਤੁਹਾਨੂੰ ਮਿਲਦਾ ਹੈ ਉਹ ਤੁਹਾਨੂੰ ਖਿੜੇ ਮੱਥੇ ਕਬੂਲ ਕਰਨ ਦੀ ਸਮਝ ਪੈ ਜਾਂਦੀ ਹੈ। ਕਦੇ ਵੀ ਤੁਸੀਂ ਨਿਰਾਸ਼ ਨਹੀਂ ਹੁੰਦੇ,
ਕਦੇ ਵੀ ਤੁਸੀਂ ਪ੍ਰਮਾਤਮਾ ਦੇ ਅੱਗੇ ਕੰਪਲੇਂਟ ਨਹੀਂ ਕਰਦੇ ਕਿ ਮੈਨੂੰ ਇਹ ਨਹੀਂ ਮਿਲਿਆ। ਤੁਹਾਡੀਆਂ ਇੱਛਾਵਾਂ ਪਹਿਲੀ ਗੱਲ ਤੇ ਕੰਟਰੋਲ ਹੋ ਜਾਂਦੀਆਂ ਨੇ, ਤੇ ਦੂਜੀ ਗੱਲ ਜਿੰਨੀਆਂ ਕਿ ਵੀ ਪੂਰੀਆਂ ਹੁੰਦੀਆਂ ਨੇ ਤੁਸੀਂ ਓਨੀਆਂ ਤੋਂ ਹੀ ਖੁਸ਼ ਹੁੰਦੇ ਹੋ। ਇਸ ਗੱਲ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਤੁਸੀਂ ਦੁਨਿਆਵੀ ਅਰਥਾਂ ਦੇ ਵਿੱਚ ਹੀ ਇਸ ਗੱਲ ਨੂੰ ਸਮਝਣਾ ਚਾਹੋਗੇ ਤਾਂ ਅੰਤ ਦੇ ਵਿੱਚ ਨਿਰਾਸ਼ਾ ਤੋਂ ਬਿਨਾਂ ਤੁਹਾਡੇ ਪੱਲੇ ਕੁਝ ਪੈਣਾ ਨਹੀਂ। ਜੇਕਰ ਤੁਸੀਂ ਇਸ ਗੱਲ ਨੂੰ ਜਿਉਂ ਦੀ ਤਿਉਂ ਮੰਨ ਲਿਆ ਕਿ ਜੋ ਇੱਛਾ ਹੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਤਾਂ ਤੁਸੀਂ ਸਾਧ ਸੰਗਤ ਦੇ ਵਿੱਚ ਜਾ ਕੇ ਬੈਠੋਗੇ, ਜੁੜੋਗੇ ਤੇ ਜੋ ਵੀ ਤੁਹਾਡੀ ਇੱਛਾ ਹੈ ਉਹ ਮੰਗ ਲਵੋਗੇ। ਦੁਨਿਆਵੀ ਇੱਛਾ ਜੋ ਤੁਹਾਡੀ ਹੈ ਉਹ ਮੰਗ ਲਵੋਗੇ। ਹੁਣ ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਇੱਛਾ ਕਿੱਡੀ ਕੁ ਵੱਡੀ ਹੈ। ਉਹ ਪੂਰੀ ਹੋ ਵੀ ਸਕਦੀ ਹੈ, ਨਹੀਂ ਵੀ, ਤੇ ਜੇ ਨਹੀਂ ਹੋਈ ਤਾਂ ਤੁਸੀਂ ਨਿਰਾਸ਼ ਹੋਵੋਗੇ। ਪਰ ਜੇਕਰ ਤੁਸੀਂ ਆਪਣੇ ਮਨ ਨੂੰ ਸਾਧ ਜਨਾਂ ਦੀ ਸੰਗਤ ਦੇ ਵਿੱਚ ਜੋੜਿਆ ਹੋਇਆ ਹੈ, ਪੂਰੀ ਤਰ੍ਹਾਂ ਦੇ ਨਾਲ ਜੋੜਿਆ ਹੋਇਆ ਹੈ, ਆਪਣੀ ਪ੍ਰੀਤ ਪੂਰੀ ਤਰ੍ਹਾਂ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਜੋੜੀ ਹੋਈ ਹੈ, ਤਾਂ ਤੁਹਾਡੀ ਇੱਛਾ ਦੁਨਿਆਵੀ ਨਹੀਂ ਮਾਨਸਿਕ ਹੋ ਜਾਏਗੀ। ਤੇ ਉਹ ਹੋਏਗੀ ਕਿ ਮੈਂ ਸਦਾ ਹੀ ਖੁਸ਼ ਰਹਾਂ। ਤੇ ਕਿਉਂਕਿ ਸਾਧ ਸੰਗਤ ਦੇ ਵਿੱਚ ਜੁੜ ਕੇ ਸਾਨੂੰ ਉਸ ਪ੍ਰਮਾਤਮਾ ਦੀ ਰਜ਼ਾ ਸਮਝ ਦੇ ਵਿੱਚ ਆ ਜਾਂਦੀ ਹੈ, ਸਾਨੂੰ ਸਭ ਕੁਝ ਹੀ ਉਹਦੀ ਰਜ਼ਾ ਲੱਗਣ ਲੱਗਦੀ ਹੈ, ਤਾਂ ਅਸੀਂ ਸਦਾ ਹੀ ਖੁਸ਼ ਰਹਿੰਦੇ ਹਾਂ। ਦੁਨਿਆਵੀ ਪੱਧਰ 'ਤੇ ਸਾਡੇ ਜੀਵਨ ਦੇ ਵਿੱਚ ਕੁਝ ਵੀ ਕਠਿਨਾਈਆਂ, ਚੰਗੇ ਮਾੜੇ ਸਮੇਂ ਆਉਂਦੇ ਰਹਿਣ, ਅਸੀਂ ਸਦਾ ਹੀ ਖੁਸ਼ ਹੀ ਰਹਿੰਦੇ ਹਾਂ, ਸਥਿਰਤਾ ਵਾਲੇ ਪਲੇਨ 'ਤੇ ਬਣੇ ਰਹਿੰਦੇ ਹਾਂ। ਅੱਗੇ ਚੱਲਦੇ ਹਾਂ। ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਉਧਰੈ ਸਾਧ ਸੁਨ ਰਸੈ। ਉਹ ਪਾਰ ਬ੍ਰਹਮ ਪ੍ਰਮਾਤਮਾ ਸੰਤ ਜਨਾਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ, ਤੇ ਜਦੋਂ ਅਸੀਂ ਉਹਨਾਂ ਸੰਤ ਜਨਾਂ ਤੋਂ, ਉਹਨਾਂ ਦੀ ਰਸਨਾ ਤੋਂ ਉਪਦੇਸ਼ ਸੁਣਦੇ ਹਾਂ ਤਾਂ ਅਸੀਂ ਵੀ ਉਧਰ ਜਾਂਦੇ ਹਾਂ, ਅਸੀਂ ਵਿਕਾਰਾਂ ਤੋਂ ਬਚ ਜਾਂਦੇ ਹਾਂ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਗੁਰੂ ਜੀ ਕਹਿੰਦੇ ਮੇਰੀ ਇੱਕ ਕਾਮਨਾ ਹੈ ਕਿ ਮੈਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਸੁਣਾ ਤੇ ਉਸ ਪ੍ਰਭੂ ਦੇ ਗੁਣ ਗਾਵਾਂ। ਸਾਧ ਕੈ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜਦੇ ਹਾਂ ਤਾਂ ਉਹ ਪ੍ਰਮਾਤਮਾ ਕਦੇ ਵੀ ਸਾਡੇ ਮਨ ਤੋਂ ਭੁੱਲਦਾ ਨਹੀਂ, ਤੇ ਅਸੀਂ ਜ਼ਰੂਰ ਵਿਕਾਰਾਂ ਤੋਂ ਬਚ ਜਾਂਦੇ ਹਾਂ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਉਹ ਪ੍ਰਮਾਤਮਾ ਸਾਡੇ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਜਾਂਦਾ ਹੈ, ਤੇ ਸਾਨੂੰ ਹਰ ਹਿਰਦੇ ਦੇ ਵਿੱਚ, ਹਰ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਪ੍ਰਤੱਖ ਦਿਸਣ ਲੱਗਦਾ ਹੈ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ। ਸਾਧੂਆਂ ਦੀ ਸੰਗਤ ਕੀਤਿਆਂ ਅਸੀਂ ਉਸ ਪ੍ਰਮਾਤਮਾ ਦੇ ਆਗਿਆਕਾਰੀ ਹੋ ਜਾਂਦੇ ਹਾਂ, ਉਹਦੀ ਆਗਿਆ ਨੂੰ, ਉਹਦੀ ਰਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰਨ ਵਾਲੇ ਹੋ ਜਾਂਦੇ ਹਾਂ, ਤੇ ਇਸ ਤਰ੍ਹਾਂ ਸਾਡੀ ਆਤਮਿਕ ਅਵਸਥਾ ਵੀ ਸੁਧਰ ਜਾਂਦੀ ਹੈ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਜਨਾਂ ਦੀ ਸੰਗਤ ਦੇ ਵਿੱਚ ਰਿਹਾ ਸਾਡੇ ਵਿਕਾਰਾਂ ਆਦਿਕ ਦੇ ਸਾਰੇ ਹੀ ਰੋਗ ਮਿਟ ਜਾਂਦੇ ਨੇ, ਹੇ ਨਾਨਕ। ਪਰ ਸੰਜੋਗਾਂ ਦੇ ਨਾਲ, ਵੱਡੇ ਭਾਗਾਂ ਦੇ ਨਾਲ ਹੀ ਸਾਧ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ। ਸਾਧ ਦੀ ਅਸਲੀ ਵਡਿਆਈ ਵੇਦ ਵੀ ਨਹੀਂ ਜਾਣਦੇ, ਉਹ ਤੇ ਜਿਤਨਾ ਸੁਣਦੇ ਹਨ ਉਤਨਾ ਹੀ ਬਿਆਨ ਕਰਦੇ ਹਨ। ਭਾਵ ਕਿ ਵੇਦਾਂ ਦੇ ਰਚਨਹਾਰਿਆਂ ਨੇ ਜਿੰਨਾ ਕੁ ਸੁਣਿਆ ਓਨਾ ਕੁ ਹੀ ਵੇਦਾਂ ਦੇ ਵਿੱਚ ਲਿਖਿਆ। ਸਾਧੂ ਦੀ ਮਹਿਮਾ ਅਸਲ ਦੇ ਵਿੱਚ ਲਿਖੀ ਨਹੀਂ ਜਾ ਸਕਦੀ। ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ।
ਮਾਇਆ ਦੇ ਜੋ ਤਿੰਨ ਗੁਣ ਹਨ, ਰਜੋ, ਤਮੋ ਅਤੇ ਸਤੋ, ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਹੈ ਸਾਧੂ ਦੀ ਸਮਾਨਤਾ। ਜਗਤ ਦੇ ਵਿੱਚ ਅਜਿਹੀ ਕੋਈ ਹਸਤੀ ਨਹੀਂ ਜਿਸ ਨੂੰ ਸਾਧੂ ਵਰਗਾ ਕਿਹਾ ਜਾ ਸਕੇ। ਉਸ ਸਾਧ ਦੀ ਸਮਾਨਤਾ ਉਸ ਪਰਮਾਤਮਾ ਦੇ ਨਾਲ ਹੀ ਹੋ ਸਕਦੀ ਹੈ ਜੋ ਕਿ ਭਰਪੂਰ ਹੈ, ਵਿਆਪਕ ਹੈ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧੂ ਦੀ ਸ਼ੋਭਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਹ ਸਦਾ ਹੀ ਬੇਅੰਤ ਹੈ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਸਾਧੂ ਦੀ ਸ਼ੋਭਾ ਹੋਰਨਾਂ ਸਭ ਚੀਜ਼ਾਂ ਅਹਿਸਾਸਾਂ ਤੋਂ ਉੱਚੀ ਅਤੇ ਵੱਡੀ ਹੈ। ਸਾਧ ਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਦੀ ਸ਼ੋਭਾ ਸਾਧੂ ਨੂੰ ਹੀ ਫੱਬਦੀ ਹੈ। ਹੇ ਨਾਨਕ, ਇਹ ਆਖ ਕਿ ਸਾਧੂ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 7ਵੀਂ ਅਸ਼ਟਪਦੀ ਦੀ ਵਿਆਖਿਆ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਜੀ। ਪੂਰੀ ਅਸ਼ਟਪਦੀ ਦੇ ਵਿੱਚ ਸਾਧ ਜਨਾਂ ਦੀ ਸੰਗਤ ਦੀ ਗੱਲ ਗੁਰੂ ਜੀ ਨੇ ਕੀਤੀ ਹੈ ਕਿ ਜਦੋਂ ਅਸੀਂ ਸਾਧ ਜਨਾਂ ਦੀ ਸੰਗਤ ਕਰਦੇ ਹਾਂ ਤਾਂ ਅਸੀਂ ਕੀ ਕੁਝ ਹਾਸਲ ਕਰਦੇ ਹਾਂ। ਉਸ ਪ੍ਰਮਾਤਮਾ ਦਾ ਨਾਮ ਸਾਨੂੰ ਮਿਲ ਜਾਂਦਾ ਹੈ, ਉਸ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਵੱਧ ਜਾਂਦੀ ਹੈ। ਉਹਨੂੰ ਅਸੀਂ ਘਟ ਘਟ ਦੇ ਵਿੱਚ ਵੇਖਣ ਦੇ ਯੋਗ ਹੋ ਜਾਂਦੇ ਹਾਂ। ਸਾਡੇ ਮਨ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ, ਸਾਡਾ ਮੁੱਖ ਉਜਵਲ ਹੋ ਜਾਂਦਾ ਹੈ, ਸਾਡੀਆਂ ਇੱਛਾਵਾਂ ਕੰਟਰੋਲ ਹੋ ਜਾਂਦੀਆਂ ਨੇ, ਸਾਡੀਆਂ ਇੱਛਾਵਾਂ ਦੁਨਿਆਵੀ ਨਾ ਰਹਿ ਕੇ ਮਾਨਸਿਕ ਹੋ ਜਾਂਦੀਆਂ ਨੇ, ਆਤਮਿਕ ਹੋ ਜਾਂਦੀਆਂ ਨੇ। ਤੇ ਅਖੀਰਲੀ ਪੰਕਤੀ ਦੇ ਵਿੱਚ ਜਿਵੇਂ ਗੁਰੂ ਜੀ ਨੇ ਇਸ ਪੂਰੀ ਹੀ ਅਸ਼ਟਪਦੀ ਦਾ ਨਿਚੋੜ ਦੱਸ ਦਿੱਤਾ ਹੋਵੇ ਕਿ ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਕਿ ਸਾਧੂ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ। ਉਸ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਸਾਨੂੰ ਸਭਨਾਂ ਨੂੰ ਇਸੇ ਪ੍ਰਕਾਰ ਹੀ ਸਾਧ ਸੰਗਤ ਦੇ ਵਿੱਚ ਜੋੜੀ ਰੱਖੇ। ਗੁਰੂ ਦੀ ਬਾਣੀ ਦੇ ਨਾਲ ਅਸੀਂ ਸਦਾ ਇਵੇਂ ਹੀ ਜੁੜੇ ਰਹੀਏ ਤੇ ਆਪਣੀਆਂ ਜ਼ਿੰਦਗੀਆਂ ਨੂੰ ਸਫਲ ਕਰ ਸਕੀਏ। ਸੋ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।